सिसवां शहर नगीना, जाइए 2 दिन लग जे महीना। ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤੇ ਤੁਸੀਂ ਉਸ ਚੀਜ਼ ਵਾਸਤੇ ਕੋਈ ਨਾ ਕੋਈ ਰਸਤਾ ਲੱਭ ਲਓਗੇ। ਬੈਂਗਲੋਰ 'ਚ ਜੌਬ ਕਰਦਾ ਸੀ ਤੇ ਉੱਥੇ ਨਾ ਇੱਕ ਕੈਫੇ ਹੁੰਦਾ ਸੀ, ਉਹ ਸ਼ਹਿਰ ਤੋਂ ਥੋੜ੍ਹਾ ਹਟ ਕੇ ਹੁੰਦਾ ਸੀ। ਜਦ ਮੈਂ ਜ਼ਮੀਨ ਲਿੱਤੀ ਸੀ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿੱਥੇ ਫਸ ਗਏ ਜੰਗਲਾਂ 'ਚ। ਚੰਡੀਗੜ੍ਹ ਦੇ ਇੰਨੇ ਨਜ਼ਦੀਕ ਲੋਕਾਂ ਨੂੰ ਰਾਤ ਕੱਟਣ ਵਾਸਤੇ ਇੱਕ ਇਹੋ ਜਿਹਾ ਮਾਹੌਲ ਦਿੱਤਾ ਜਾਵੇ ਕਿ ਉਹ ਐਡਵੈਂਚਰ ਦੀ ਜਿਹੜੀ ਉਹਨਾਂ ਦੀ ਕ੍ਰੇਵਿੰਗ ਹੈ ਉਹ ਪੂਰੀ ਹੋ ਜਾਵੇ ਜੀ। ਅਮੇਜ਼ਿੰਗ ਸਰ ਜੀ, ਨੇਚਰ ਉਰੇ ਕੁਦਰਤ ਆਪਣੇ ਫੁੱਲ ਜੋਸ਼ 'ਚ ਹੈ ਜੀ। ਤੁਸੀਂ ਬੈਠੋ, ਮਹਾਰਾਜਾ ਵਾਲੀ ਫੀਲ ਲਓ। ਉਰੇ ਤੋਂ ਪੂਰਾ ਹਿਮਾਚਲ ਤਿੱਬਤ ਤੱਕ ਮਾਲ ਸਪਲਾਈ ਕਰਦੇ ਸੀ। ਤੁਸੀਂ ਜਿੰਨੇ ਵੀ ਪੱਥਰ ਉਰੇ ਦੇਖੋਗੇ ਕੋਈ ਨਾ ਕੋਈ ਕਹਾਣੀ ਕਹਿ ਰਹੇ ਨੇ ਜੀ। ਤੁਸੀਂ ਇੱਕ ਵਾਰੀ ਇਸ ਕੈਫੇ 'ਚ ਆ ਜਾਓ, ਬਲੈਕ ਹੋਲ 'ਚ ਆ ਜਾਓ ਤੇ ਤੁਹਾਡਾ ਦਿਲ ਨਾ ਕਰੇ ਬਾਹਰ ਜਾਣ ਦਾ, ਤੁਸੀਂ ਬਾਰ-ਬਾਰ ਆਓ। 11 ਸਾਲ ਹੋ ਗਏ ਜੀ ਇਸ ਕੈਫੇ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। ਕਹਿੰਦੇ ਨੇ ਵੇਖਣ ਵਾਲੇ ਦੀ ਨਜ਼ਰ ਹੋਣੀ ਚਾਹੀਦੀ ਹੈ। ਜਿਵੇਂ ਇੱਕ ਮੂਰਤੀਕਾਰ ਧਰਤੀ ਤੇ ਪਏ ਪੱਥਰ 'ਚੋਂ ਇੱਕ ਮੂਰਤੀ ਘੜ ਲੈਂਦਾ, ਮੂਰਤੀ ਵੇਖ ਲੈਂਦਾ, ਉੱਦਾਂ ਹੀ ਅੱਜ ਤੁਹਾਨੂੰ ਅਸੀਂ ਅਜਿਹੇ ਸ਼ਖਸ ਨੂੰ ਮਿਲਾਉਣ ਵਾਲੇ ਹਾਂ ਜਿਹਨੇ ਆਪਦੇ ਘਰ 'ਚ ਪਈਆਂ ਚੀਜ਼ਾਂ ਜਾਂ ਜਿਹੜੀਆਂ ਆਪਾਂ ਆਮ ਤੌਰ 'ਤੇ ਧਿਆਨ ਨਹੀਂ ਦਿੰਦੇ ਚੀਜ਼ਾਂ ਵੱਲ, ਇਹਨਾਂ ਨੇ ਉਹਨਾਂ ਚੀਜ਼ਾਂ 'ਚੋਂ ਇੱਕ ਰੈਸਟੋਰੈਂਟ, ਇੱਕ ਕੈਫੇ ਤਿਆਰ ਕੀਤਾ। ਬਾਈ ਤੋਂ ਹੀ ਜਾਣਦੇ ਹਾਂ ਕਿ ਉਹਨਾਂ ਦਾ ਜਿਹੜਾ ਰੈਸਟੋਰੈਂਟ ਹੈ, ਕੈਫੇ ਹੈ, ਬਾਕੀਆਂ ਨਾਲੋਂ ਅੱਡ ਕਿਵੇਂ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਹਾਈ, ਸਤਿ ਸ਼੍ਰੀ ਅਕਾਲ ਐਂਡ ਤੁਹਾਡਾ ਸਵਾਗਤ ਹੈ ਬਲੈਕ ਹੋਲ ਕੈਫੇ 'ਚ। ਮੇਰਾ ਨਾਮ ਮਾਨਵਮੀਤ ਸਿੰਘ ਹੈਗਾ ਅਤੇ ਇਸ ਵੇਲੇ ਤੁਸੀਂ ਬਲੈਕ ਹੋਲ ਕੈਫੇ ਸਿਸਵਾਂ 'ਚੋਂ। ਤੁਸੀਂ ਜਿਵੇਂ ਕਿਹਾ ਕਿ ਮੂਰਤੀਕਾਰ ਕੱਢ ਲੈਂਦਾ ਹੈ ਮੂਰਤੀ ਦੀ ਰੂਪ ਰੇਖਾ ਧਰਤੀ 'ਚ ਪਏ ਪੱਥਰ 'ਚੋਂ, ਅਤੇ ਯੈਸ ਯੂ ਆਰ ਰਾਈਟ, but what I'll say here is ki making things and making a cafe out of the waste things is just a thought. ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤੇ ਤੁਸੀਂ ਉਸ ਚੀਜ਼ ਵਾਸਤੇ ਕੋਈ ਨਾ ਕੋਈ ਰਸਤਾ ਲੱਭ ਲਓਗੇ। ਕੋਈ ਭਾਵੇਂ ਉਹ ਪੱਥਰ ਹੋਵੇ ਜਾਂ ਲੱਕੜੀ ਦਾ ਕੋਈ ਟੁਕੜਾ ਵੀ ਹੋਵੇ, ਤੁਸੀਂ ਕੱਢ ਲਓਗੇ ਉਹਦੇ ਵਿੱਚੋਂ ਆਪਣੇ ਮਤਲਬ ਦੀ ਚੀਜ਼। ਅਤੇ ਇਹੀ ਇੱਕ ਕਾਰਨ ਹੈ ਕਿ ਇਹ ਕੈਫੇ ਅੱਜ ਤੁਹਾਡੇ ਸਾਹਮਣੇ ਬਣ ਗਿਆ। ਤਾਂ ਮਾਨਵ ਜੀ, ਜਿੱਦਾਂ ਕਿ ਮੈਂ ਤਾਂ ਦੇਖ ਪਾ ਰਹੀ ਹਾਂ, ਮੈਂ ਸਾਰਾ ਤੁਹਾਡਾ ਕੈਫੇ ਘੁੰਮ ਵੀ ਲਿਆ, ਵੇਖ ਵੀ ਲਿਆ, ਖਾ ਪੀ ਵੀ ਲਿਆ ਸੀ ਇੱਥੇ। ਸਾਨੂੰ ਪਤਾ, ਅਸੀਂ ਫੀਲ ਕੀਤਾ ਕਿ ਕੀ ਇੱਥੇ ਵੱਖਰਾ, ਪਰ ਤੁਸੀਂ ਸਾਨੂੰ ਆਪਣੀ ਜ਼ੁਬਾਨੀ ਦੱਸੋ ਕਿ ਬਾਕੀਆਂ ਨਾਲੋਂ ਅੱਡ ਕਿਵੇਂ ਆ। ਸਭ ਤੋਂ ਪਹਿਲਾਂ ਤਾਂ ਆਪਣੀ ਚੀਜ਼ ਸਭ ਨੂੰ ਪਿਆਰੀ ਲੱਗਦੀ ਹੈ, ਦੈਟਸ ਟਰੂਥ। ਬਟ ਤੁਸੀਂ ਆਏ ਹੋ, ਤੁਹਾਨੂੰ ਚੰਗੀ ਲੱਗੀ ਹੈ, ਇਟਸ ਐਪਰੀਸੀਏਸ਼ਨ ਫॉर ਮੀ, ਥੈਂਕਸ ਅ ਲੋਟ। ਵੱਖ ਤਾਂ ਮੈਂ ਨਜ਼ਰ ਨੂੰ ਹੀ ਕਹਿ ਸਕਦਾ, ਤੁਹਾਡੀ ਨਜ਼ਰ ਹੀ ਸੋਹਣੀ ਹੈ, ਤੁਹਾਨੂੰ ਇਹ ਕੈਫੇ ਸੋਹਣਾ ਲੱਗਿਆ। ਬਾਕੀ ਜਿਹੜੀ ਮੇਰੀ ਕੋਸ਼ਿਸ਼ ਇਸ ਕੈਫੇ ਨੂੰ ਬਣਾਉਣ ਦੀ ਰਹੀ ਹੈ ਉਹ ਇਹ ਹੈ ਕਿ ਤੁਸੀਂ ਉਰੇ ਆ ਕੇ ਮਦਰ ਨੇਚਰ ਨੂੰ ਇੰਜੋਏ ਕਰ ਸਕੋ। ਅਤੇ ਮੈਂ ਮਦਰ ਨੇਚਰ ਨਾਲ ਕੋਈ ਜ਼ਿਆਦਾ ਛੇੜਛਾੜ ਨਹੀਂ ਕੀਤੀ ਹੈ। ਤੁਸੀਂ ਦੇਖਿਆ ਵੀ ਹੋਣਾ ਜਿਹੜਾ ਡੈਕੋਰ ਹੈਗਾ, ਇਟਸ ਮੇਨਲੀ ਮੇਡ ਅਪ ਆਫ ਸਟੋਨ ਐਂਡ ਵੁੱਡ and that too all natural, collected from all around this Shivalik foothill jungles। ਤੇ ਵਿੱਚ ਮਿਹਨਤ ਵੀ ਬਹੁਤ ਲੱਗਦੀ ਹੈ, ਹੌਲੀ ਹੌਲੀ ਕੰਮ ਹੁੰਦਾ ਹੈ, ਬਟ ਜਿਹੜੀ ਚੀਜ਼ ਨਿਕਲਦੀ ਹੈ ਉਹ ਰੂਹ ਨਾਲ ਆਉਂਦੀ ਹੈ। ਐਂਡ ਆਈ ਗੈਸ ਜਿਹੜੀ ਚੀਜ਼ ਰੂਹ ਨਾਲ ਆਵੇ ਉਹ ਸਾਰੀ ਨਜ਼ਰਾਂ ਨੂੰ ਸੁੰਦਰ ਲੱਗਦੀ ਹੈ। ਤਾਂ ਤੁਹਾਨੂੰ ਖਿਆਲ ਕਿਵੇਂ ਆਇਆ ਇੱਥੇ ਬੜਾ ਸੋਹਣਾ ਤੁਸੀਂ ਬਿਲਕੁਲ ਹੀ ਲੇਕ ਦੇ ਨਾਲ ਕੈਫੇ ਖੜਾ ਕੀਤਾ ਹੋਇਆ ਹੈ ਇੱਦਾਂ ਦਾ, ਉਹ ਵੀ ਜਿਵੇਂ ਤੁਸੀਂ ਦੱਸ ਰਹੇ ਹੋ, ਕੋਈ ਤੁਸੀਂ ਕਿਸੇ ਚੀਜ਼ ਨਾਲ ਬੜੀ ਛੇੜਛਾੜ ਨਹੀਂ ਕੀਤੀ ਅਤੇ ਆਪਣੇ ਹੱਥੀਂ ਇੱਕ ਚੀਜ਼ ਜਦੋਂ ਤੁਹਾਨੂੰ ਵੇਲ ਮਿਲਦੀ ਆ ਆ ਕੇ ਕੰਮ ਕਰਦੇ ਹੋ ਇੱਥੇ ਤੁਸੀਂ। ਹਾਂਜੀ ਸਿਰ ਜੀ, ਮੈਂ ਇਸ ਜਗ੍ਹਾ ਨੂੰ ਬਲੈਸਿੰਗਸ ਹੀ ਸਮਝਾਂਗਾ।
ਰੱਬ ਦੀ ਕਿ ਮੈਨੂੰ ਮੌਕਾ ਦਿੱਤਾ ਰੱਬ ਨੇ, ਇਹ ਜਗ੍ਹਾ ਮੈਨੂੰ ਮਿਲੀ ਅਤੇ ਮੈਂ ਆਪਣਾ ਡਰੀਮ ਪੂਰਾ ਕਰ ਸਕਿਆ ਇੱਕ ਕੈਫੇ ਬਣਾ ਕੇ। ਅਤੇ ਬਾਕੀ ਆਪਣੇ ਹੱਥੀਂ ਕੰਮ ਕੀਤਾ ਹੋਇਆ ਇਟਸ ਲਾਈਕ ਇਬਾਦਤ, ਮੈਨੂੰ ਪੂਜਾ ਲੱਗਦੀ ਹੈ ਕਿ ਮੈਂ ਰਿਟਰਨ ਕਰ ਸਕਾਂ ਉਸ ਆਲਮਾਈਟੀ ਨੂੰ, ਆਪਣੇ ਹੱਥੀਂ ਚੀਜ਼ ਜਗ੍ਹਾ ਨੂੰ ਬਣਾ ਕੇ ਅਤੇ ਇਸ ਜਗ੍ਹਾ ਦੀ ਡਿਗਨਿਟੀ ਅਤੇ ਡੈਕੋਰਮ ਪੂਰਾ ਕਰ ਸਕਾਂ। ਅਤੇ ਦੈਟਸ ਮਾਈ ਮੋਟਿਵ, ਇਸ ਕਰਕੇ ਮੈਂ ਆਪਣੇ ਹੱਥੀਂ ਜ਼ਿਆਦਾਤਰ ਕੰਮ ਕਰਦਾ ਜੀ। ਖਿਆਲ ਕਿੱਦਾਂ ਆਇਆ ਤੁਹਾਨੂੰ ਇਸ ਜਗ੍ਹਾ ਦਾ ਇੱਦਾਂ ਦਾ? ਸਰ ਜੀ ਐਕਚੁਅਲੀ ਮੈਂ ਬੈਂਗਲੋਰ 'ਚ ਜੋਬ ਕਰਦਾ ਸੀ ਅਤੇ ਉੱਥੇ ਨਾ ਇੱਕ ਕੈਫੇ ਹੁੰਦਾ ਸੀ, ਉਹ ਸ਼ਹਿਰ ਤੋਂ ਥੋੜ੍ਹਾ ਹਟ ਕੇ ਹੁੰਦਾ ਸੀ। ਜਦ ਮੈਂ ਜ਼ਮੀਨ ਲਿੱਤੀ ਸੀ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿੱਥੇ ਫਸ ਗਏ ਜੰਗਲਾਂ 'ਚ, ਤੁਹਾਨੂੰ ਸ਼ਹਿਰ 'ਚ ਜ਼ਮੀਨ ਲੱਭਣੀ ਚਾਹੀਦੀ ਸੀ ਅਤੇ ਇੰਨਾ ਪੈਸੇ ਇਨਵੈਸਟ ਕਰਨਾ ਚਾਹੀਦਾ ਸੀ। ਬਟ ਕਿਤੇ ਨਾ ਕਿਤੇ ਮੇਰੇ ਮਾਈਂਡ 'ਚ ਸੀ ਕਿ ਨਹੀਂ, ਜੇ ਮੈਂ ਨੇਚਰ 'ਚ ਰਹਿਣਾ ਹੈ, ਨੇਚਰ ਮੈਂ ਚਾਹੁੰਦਾ ਕਿ ਲੋਕਾਂ ਨੂੰ ਜਿਹੜੇ ਨੇਚਰ ਲਵਰ ਨੇ ਉਹਨਾਂ ਨੂੰ ਬੈਠਣ ਵਾਸਤੇ ਇਹੋ ਜਿਹੀ ਜਗ੍ਹਾ ਮਿਲੇ ਜਿੱਥੇ ਉਹ ਮਦਰ ਨੇਚਰ ਨਾਲ ਸੰਪਰਕ ਕਰ ਸਕਣ, ਰੱਬ ਨੂੰ ਯਾਦ ਕਰ ਸਕਣ। ਅਤੇ ਇਟਸ ਨਾਟ ਆਈ ਡੋਂਟ ਵਾਂਟ ਟੂ ਮੇਕ ਇਟ ਐਜ਼ ਅ ਕਮਰਸ਼ੀਅਲ ਪਲੇਸ ਜਿੱਥੇ ਡਿਸਟਰਬੈਂਸ ਹੋਵੇ, ਅਤੇ ਆਈ ਵਾਂਟ ਪੀਪਲ ਕਮ ਹੇਅਰ ਟੂ ਇੰਜੋਏ ਦਿਸ ਬਿਊਟੀਫੁਲ ਨੇਚਰ ਐਂਡ ਦਿਸ ਵਾਟਰ ਬੋਡੀ। ਦਿਸ ਇਜ਼ ਦ ਬਲੈਸਿੰਗਸ ਬਾਈ ਗੋਡ। ਤਾਂ ਸ਼ਹਿਰ ਦੀ ਚਹਿਲ ਪਹਿਲ ਤੋਂ ਹਟ ਕੇ ਤੁਸੀਂ ਸ਼ਹਿਰ ਦੇ ਵਿੱਚ ਹੀ ਬੜੀ ਪੀਸਫੁਲ ਦੀ ਜਗ੍ਹਾ ਬਣਾ ਕੇ ਬੈਠੇ ਹੋ ਜੀ, ਇਹੀ ਮੋਟਿਵ ਹੈ ਜੀ ਕਿ ਅੱਜ ਕੱਲ੍ਹ ਸ਼ਾਂਤੀ ਲੋਕਾਂ ਨੂੰ ਲੱਭਦੀ ਨਹੀਂ ਹੈਗੀ, ਅਤੇ ਮੇਰਾ ਇਹੀ ਮੋਟਿਵ ਹੈ ਕਿ ਆਓ ਯਾਰ, ਲੈਟਸ ਬੀ ਇਨ ਪੀਸ, ਨਾਟ ਰੈਸਟ ਇਨ ਪੀਸ ਰਾਦਰ। ਹਾਂਜੀ, ਤਾਂ ਨਾਮ ਕਿੱਦਾਂ ਆਇਆ ਬਲੈਕ ਹੋਲ? ਸਰ ਜੀ ਬਲੈਕ ਹੋਲ ਸਾਰਿਆਂ ਨੂੰ ਪਤਾ ਹੈ ਕਿ ਬਲੈਕ ਹੋਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਕੋਈ ਚੀਜ਼ ਆ ਜਾਵੇ ਤਾਂ ਉਹ ਬਾਹਰ ਨਹੀਂ ਜਾਂਦੀ, ਅਤੇ ਮੇਰਾ ਵੀ ਇਹੀ ਮੋਟਿਵ ਹੈ ਕਿ ਤੁਸੀਂ ਇੱਕ ਵਾਰੀ ਇਸ ਕੈਫੇ 'ਚ ਆ ਜਾਓ, ਬਲੈਕ ਹੋਲ 'ਚ ਆ ਜਾਓ, ਅਤੇ ਤੁਹਾਡਾ ਦਿਲ ਨਾ ਕਰੇ ਬਾਹਰ ਜਾਣ ਦਾ, ਤੁਸੀਂ ਬਾਰ-ਬਾਰ ਆਓ। ਦੈਟਸ ਮਾਈ ਮੋਟਿਵ, ਦੈਟਸ ਵਾਈ ਆਈ ਨੇਮਡ ਇਟ ਐਜ਼ ਅ ਬਲੈਕ ਹੋਲ ਐਂਡ ਇਟਸ ਲਾਈਕ ਸਿੰਸ ਬਿਗ ਬੈਂਗ। ਤੇ ਅੱਛਾ, ਸਿੰਸ ਬਿਗ ਬੈਂਗ, ਉਹ ਤਾਂ ਚਲੋ ਉਹ ਤੁਹਾਡੀ ਭਾਸ਼ਾ 'ਚ ਹੋ ਗਿਆ, ਪਰ ਜੇ ਵੈਸੇ ਪੁੱਛੀਏ ਤਾਂ ਕਿੰਨਾ ਕੁ ਟਾਈਮ ਹੋ ਗਿਆ ਇਹ ਕੈਫੇ ਨੂੰ ਬਣਿਆ? ਇਟਸ ਬੀਨ 11 ਈਅਰਸ ਨਾਓ, 11 ਸਾਲ ਹੋ ਗਏ ਜੀ ਇਸ ਕੈਫੇ ਨੂੰ। 2-3 ਸਾਲ ਪਹਿਲਾਂ ਥੋੜ੍ਹੀ ਜਿਹੀ ਮਿਸ ਹੈਪਨਿੰਗ ਹੋ ਗਈ ਸੀ, ਅੱਗ ਲੱਗ ਗਈ ਸੀ ਜੀ ਉਰੇ, ਸਾਰਾ ਜਲ ਗਿਆ ਸੀ ਕੈਫੇ। ਫਿਰ ਹੁਣ ਅਸੀਂ ਦੁਬਾਰਾ ਤੋਂ ਸ਼ੁਰੂ ਕੀਤਾ ਹੈ ਅਤੇ ਹੁਣ ਹੌਲੀ ਹੌਲੀ ਔਨ ਦ ਵੇ। ਅਤੇ ਕਿੰਨੀ ਕੁ ਇਨਵੈਸਟਮੈਂਟ ਕਰਨੀ ਪਈ ਹੈ ਤੁਹਾਨੂੰ ਆਪਣੀ ਜੇਬ 'ਚੋਂ? ਮੈਂ ਕਾਊਂਟ ਨਹੀਂ ਕੀਤਾ ਸੀ, ਸੀਰੀਅਸਲੀ ਆਈ ਨੈਵਰ ਕਾਊਂਟਡ। ਵਾਹਵਾ ਲੱਗ ਗਏ ਤਾਂ, ਜਾਂ ਆਈ ਨੈਵਰ ਕਾਊਂਟਡ, ਪਤਾ ਨਹੀਂ ਕਿੰਨੇ ਲੱਗ ਗਏ ਹੋਣੇ, ਬਟ ਆਈ ਨੈਵਰ ਕਾਊਂਟਡ ਕਿ ਕਿੰਨੇ ਲੱਗ ਗਏ ਕਿੰਨੇ। ਇਟਸ ਸੋਰੀ, ਆਮ ਸੀਰੀਅਸਲੀ ਆਮ ਰਾਈਟ, ਮਤਲਬ ਮੈਂ ਸੱਚੀ ਕਹਿ ਰਿਹਾ ਕਿ ਮੈਂ ਕਾਊਂਟ ਨਹੀਂ ਕੀਤਾ ਕਿੰਨਾ ਲੱਗ ਗਿਆ ਜੀ। ਤਾਂ ਲੋਕਾਂ ਦਾ ਕਿੱਦਾਂ ਦਾ ਹੁੰਗਾਰਾ ਮਿਲ ਰਿਹਾ, ਕਿੰਨੇ ਕੁ ਲੋਕ ਆ ਜਾਂਦੇ ਹੈ? ਅਤੇ ਜਿਵੇਂ ਤੁਸੀਂ ਦੱਸਦੇ ਹੋ ਬਲੈਕ ਹੋਲ ਤੁਸੀਂ ਨਾਮ ਹੀ ਉੱਦਾਂ ਦਾ ਰੱਖਿਆ ਤਾਂ ਕਿ ਜਿਹੜਾ ਇੱਕ ਵਾਰੀ ਆਵੇ ਤਾਂ ਮੁੜ ਆਵੇ, ਜਾਂ ਇੱਥੇ ਹੀ ਹੈ ਨਾ ਬਲੈਕ ਹੋਲ ਵਾਂਗੂ ਇੱਕ ਵਾਰੀ ਇੱਥੇ ਹੀ ਟਰੈਪ ਹੋ ਜਾਏ। ਤਾਂ ਕਿੱਦਾਂ, ਕਿੰਨੇ ਕੁ ਲੋਕ ਆ ਰਹੇ ਹੈ ਅਤੇ ਹੁੰਗਾਰਾ? ਫੁੱਟਫਾਲ ਤਾਂ ਸੋਹਣਾ ਹੈ ਜੀ। ਸਾਡੇ ਕੋਲ ਯੂਨੀਵਰਸਿਟੀ ਦੇ ਸਟੂਡੈਂਟਸ ਨੇ, PGI ਦੇ ਡਾਕਟਰਸ ਨੇ, ਅਤੇ ਬੱਦੀ ਥੋੜ੍ਹਾ ਨੀਅਰਲੀ ਹੈਗਾ ਇੰਡਸਟਰੀਅਲ ਏਰੀਆ ਹੈ, ਅਤੇ ਉੱਥੇ ਦੇ ਜਿੰਨੇ ਵੀ ਕਾਰਪੋਰੇਟਸ ਨੇ ਉਹ ਆਉਂਦੇ ਹੈ ਜੀ, ਕਿੱਟੀ ਪਾਰਟੀਜ਼ ਵਗੈਰਾ ਕਰਦੇ ਆ, ਪਾਰਟੀਜ਼ ਕਰਦੇ ਆ। ਬਾਕੀ ਹੁਣ ਇਟਸ ਬੀਨ ਹੁਣ ਬੋਟਿੰਗ ਵੀ ਸ਼ੁਰੂ ਹੋ ਗਈ ਹੈ ਸਿਸਮਾ ਡੈਮ 'ਚ, ਅਤੇ ਫਿਰ ਫੁੱਟਫਾਲ ਥੋੜ੍ਹਾ ਜਿਹਾ ਵੱਧ ਗਿਆ ਹੈ ਜੀ। ਅਤੇ ਬਾਕੀ ਆਪਣੀ ਬਲੈਕ ਹੋਲ ਦਾ ਵੀ ਮੈਂ ਥੋੜ੍ਹਾ ਜਿਹਾ ਡੈਕੋਰਮ ਰੱਖਿਆ ਹੋਇਆ ਜੀ। ਅਸੀਂ ਸਾਰਿਆਂ ਨੂੰ ਐਂਟਰਟੇਨ ਨਹੀਂ ਕਰਦੇ, ਅਸੀਂ ਜਿਹੜੇ ਲਾਈਕ ਮਾਈਂਡਡ ਪੀਪਲ ਨੇ, ਜਿਹੜੇ ਪੀਸ ਚਾਹੁੰਦੇ ਨੇ, ਨੇਚਰ 'ਚ ਬੈਠਣਾ ਚਾਹੁੰਦੇ ਨੇ, ਜ਼ਿਆਦਾ ਉਹਨਾਂ ਨੂੰ ਐਂਟਰਟੇਨ ਕਰਦੇ ਹਾਂ ਜੀ। ਤਾਂ ਤੁਸੀਂ ਕਿੰਨਾ ਕੁ ਸਮਾਂ ਆਪਦਾ ਇੱਥੇ ਬਿਤਾਉਂਦੇ ਹੋ? ਜਿਵੇਂ ਆਪਾਂ ਬੈਠੇ ਹਾਂ ਹੁਣੇ, ਸਨਸੈਟ ਹੋਣ ਵਾਲਾ ਹੈ, ਫਿਰ ਸਨਰਾਈਜ਼ ਵੀ ਇੱਥੋਂ ਦੇਖਣ ਨੂੰ ਮਿਲਦਾ ਹੋਊਗਾ, ਫੁੱਲ ਮੂਨ ਹੁੰਦਾ ਹੋਊਗਾ ਜਿੱਦਣ ਪੂਰਨਮਾਸ਼ੀ ਹੁੰਦੀ ਹੋਊਗੀ, ਉੱਦਣ ਵੀ ਬਹਿੰਦੇ ਹੋਗੇ ਜਮਾਂ ਪਾਣੀ ਦੇ ਕਿਨਾਰੇ। ਅਮੇਜ਼ਿੰਗ ਸਰ ਜੀ, ਨੇਚਰ ਉਰੇ, ਕੁਦਰਤ ਆਪਣੇ ਫੁੱਲ ਜੋਸ਼ 'ਚ ਜੀ। ਅਤੇ ਉਰੇ ਤੁਸੀਂ ਭਾਵੇਂ ਮੂਨਲਾਈਟ 'ਚ ਬੈਠੋ ਜਾਂ ਸਨਰਾਈਜ਼ ਦੇਖੋ, ਸਨਸੈਟ ਦੇਖੋ, ਇਟਸ ਡਿਫਰੈਂਟ ਐਕਸਪੀਰੀਅੰਸ, ਇਟਸ ਡਿਵਾਈਨ ਐਕਸਪੀਰੀਅੰਸ। ਅਤੇ ਜਿੱਥੇ ਤੱਕ ਟਾਈਮ ਦੀ ਗੱਲ ਹੈਗੀ, ਜਿਹਦੇ 'ਚ ਹੋਰ ਕੰਮ ਵੀ ਹੈਗੇ ਉਹ ਵੀ ਕਰਨੇ ਪੈਂਦੇ ਆ, ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਬਸ ਫਟਾਫਟ ਮੈਂ ਕੈਫੇ ਆ ਜਾਵਾਂ ਅਤੇ ਇੱਥੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਂ ਆ ਕੇ। ਅਤੇ ਆਪਾਂ ਤੁਰਦੇ ਫਿਰਦੇ ਵੀ ਬਾਈ ਜੀ ਗੱਲ ਕਰਦੇ ਹਾਂ, ਜਦੋਂ ਤੁਹਾਡੇ ਕੋਲ ਲੋਕ ਆਉਂਦੇ ਆ ਉਹ ਆ ਕੇ ਪੁੱਛਦੇ ਆ, ਕੋਈ ਤੁਹਾਡਾ ਗੱਲਾਂ ਬਾਤਾਂ ਕਰਦੇ ਆ ਕਿ ਕਿਵੇਂ ਖਿਆਲ ਆਇਆ ਇਹਦਾ, ਅਤੇ ਆ ਕੁਛ ਵੱਖਰੀ ਜਿਹੀ ਚੀਜ਼ ਤੁਸੀਂ ਕਿਵੇਂ ਬਣਾਈ? ਹਾਂਜੀ, ਲੋਕੀ ਆਉਂਦੇ ਜੀ, ਕਰਦੇ ਆ ਗੱਲਾਂ ਕਿ ਕਿਵੇਂ ਤੁਸੀਂ ਇਹ ਪਲਾਨ ਕੀਤਾ, ਅਤੇ ਤੁਸੀਂ ਕਿਵੇਂ ਤੁਹਾਡੇ ਮਾਈਂਡ 'ਚ ਆਈ। ਅਤੇ ਮੈਂ ਇਹੀ ਕਹਿੰਦਾ ਜੀ ਕਿ ਇਹ ਹੋਣਾ ਸੀ ਜੀ, ਰੱਬ ਦੀ ਮਰਜ਼ੀ ਸੀ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਮੇਰਾ ਡਰੀਮ ਫੁਲਫਿਲ ਕਰਨ ਵਾਸਤੇ।
ਇੱਥੇ ਕੋਈ ਆ ਕੇ ਬਹਿੰਦਾ ਵੀ ਹੈ? ਹਾਂਜੀ ਹਾਂਜੀ, ਲੋਕੀ ਬਹੁਤ ਜ਼ਿਆਦਾ ਸੈਲਫੀਆਂ ਲੈਂਦੇ, ਮੈਂ ਕਈ ਵਾਰ ਸੈਲਫੀ ਸਪੌਟ ਹੈ? ਸੈਲਫੀ ਸਪੌਟ ਕਹਿ ਸਕਦੇ ਹੋ, ਹੁਣ ਤਾਂ ਸੈਲਫੀ ਸਪੌਟ ਹੀ ਬਣ ਗਿਆ। ਬਟ ਦੀ ਸਟੋਨਸ ਜਿਹੜੇ ਤੁਸੀਂ ਦੇਖ ਰਹੇ ਹੋ ਨਾ, ਇਹ ਚੱਕੀਆਂ ਤੇ ਇਹ ਸਾਰੇ ਪੱਥਰ, ਇਹ ਉਹਦੇ ਖੁਦਾਈ ਚੋਂ ਹੀ ਨਿਕਲੇ ਹੈ ਜੀ। ਅੱਛਾ ਜੀ। ਤੇ ਉਹਨਾਂ ਦਾ ਮੈਂ ਇੱਕ ਸਿੰਘਾਸਨ ਬਣਾਤਾ ਤੇ ਹੁਣ ਖੁਦਾਈ ਵਾਲੀ ਕਹਾਣੀ ਤੁਹਾਨੂੰ ਸਾਨੂੰ ਦੁਬਾਰਾ ਦੱਸੋਗੇ, ਜਦ ਕਿ ਤੁਸੀਂ ਮੈਨੂੰ ਤਾਂ ਦੱਸਤੀ, ਪਰ ਸਾਡੇ ਦਰਸ਼ਕ ਵੀ ਸੁਣਨ ਦੇ ਚਾਹਵਾਨ ਹੋਣਗੇ। ਬਿਲਕੁਲ ਬਿਲकुल। ਇਹ ਸਿਸਵਾ ਪਿੰਡ ਜੀ, ਆਈਲ ਸਟਾਰਟ ਵਿਦ ਅ ਸਮਾਲ ਥਿੰਗ। ਇਸ ਬਾਰੇ ਇੱਕ ਕਹਾਵਤ ਹੈ ਜੀ ਕਿ ਸਿਸਵਾ ਸ਼ਹਿਰ ਨਗੀਨਾ, ਜਾਈਏ 2 ਦਿਨ ਲੱਗ ਜੇ ਮਹੀਨਾ। ਤੇ ਇਹ ਸ਼ਹਿਰ ਜੀ ਇੱਕ ਬਹੁਤ ਵੱਡਾ ਸ਼ਹਿਰ ਹੁੰਦਾ ਸੀ, ਇਹ ਗਾঁव ਹੁਣ ਤਾਂ ਗਾँव ਹੈ। ਤੇ ਇਹ ਸ਼ਹਿਰ ਇਟ ਵਾਸ ਅ ਬਿਜ਼ਨਸ ਹੱਬ। ਉਰੇ ਤੋਂ ਪੂਰਾ ਹਿਮਾਚਲ ਤਿੱਬਤ ਤੱਕ ਮਾਲ ਸਪਲਾਈ ਕਰਦੇ ਸੀ। ਪਰ ਬ੍ਰਿਟਿਸ਼ ਟਾਈਮ ਦੇ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਤੇ ਦੰਗੇ ਹੋਏ, ਤੇ ਉਰੇ ਜਿੱਥੇ ਆਪਾਂ ਖੜੇ ਹਾਂ ਇੱਥੇ ਮੁਹੰਮਡਨ ਜ਼ਿਆਦਾ ਸੀ ਜੀ। ਤੇ ਉਸ ਵੇਲੇ ਫਿਰ ਜਦ ਪਾਰਟੀਸ਼ਨ ਹੋਇਆ ਤੇ ਇਹਨਾਂ ਨੂੰ ਉਰੇ ਤੋਂ ਜਾਣਾ ਪਿਆ। ਤੇ ਜਦ ਉਰੇ ਤੋਂ ਗਏ ਤੇ ਨਾਲ ਇੱਕ ਪਿੰਡ ਪੈਂਦਾ ਹੈ ਜੀ, ਤੇ ਉੱਥੇ ਉਹ ਸਾਰੇ ਚੌਪ ਕਰਦੇ ਸੀ ਜੀ, ਮਾਰਤੇ ਸੀ। ਤੇ ਉਹਦੇ ਬਾਅਦ ਫਿਰ ਇਹ ਗੜੀ ਸਾਰੀ ਵੀਰਾਨ ਹੋ ਗਈ ਜੀ। ਤੇ ਹੁਣ ਜਦ ਮੈਂ ਉਰੇ ਆਇਆ ਤੇ ਫਿਰ ਵੈਨ ਆਈ ਸਟਾਰਟਡ ਅਪ ਬਿਲਡਿੰਗ ਦਿਸ ਕੈਫੇ, ਤੇ ਜਦ ਆਪਾਂ ਖੁਦਾਈ ਵਗੈਰਾ ਕਰਦੇ ਸੀ ਤੇ ਵਿੱਚੋਂ ਨਾ ਪੱਥਰ ਨਿਕਲਦੇ ਸੀ। ਤੁਸੀਂ ਜਿੰਨੇ ਵੀ ਪੱਥਰ ਉਰੇ ਦੇਖੋਗੇ, ਕੋਈ ਨਾ ਕੋਈ ਕਹਾਣੀ ਕਹਿ ਰਹੇ ਨੇ ਜੀ। ਤੇ ਇਹ ਸਾਰੇ ਪੱਥਰ ਉਰੇ ਤੋਂ ਹੀ ਨਿਕਲੇ ਹੈ। ਆਹ ਸਾਰੇ ਜਿਹੜੇ ਦਿਖ ਰਹੇ ਆ ਸਾਰੇ, ਹਾਂਜੀ ਹਾਂਜੀ, ਸਾਰੇ ਪੱਥਰ ਜਿਹੜੇ ਤੁਸੀਂ ਸਿੰਘਾਸਨ 'ਚ ਦੇਖਿਆ, ਇਹ ਸਾਰੀ ਚੀਜ਼ਾਂ, ਸਾਰੇ ਪੱਥਰ। ਆਈਲ ਸ਼ੋ ਯੂ ਵਨਸ ਮੋਰ। ਇੱਕ ਮਿੰਟ ਆਉਂਗੇ ਤੁਸੀਂ? ਭਾਈ ਜੀ ਆਹ ਕੀ ਬਣਾਇਆ ਹੋਇਆ ਤੁਸੀਂ? ਇਹ ਵੀ ਹਾਂ, ਇੱਕ ਫਾਊਂਟੇਨ ਹੈ। ਤੇ ਆਹ ਦੇਖੋ, ਜਿਵੇਂ ਆਹ ਪੱਥਰ, ਆਹ ਦੇਖੋ ਘੜਿਆ ਹੋਇਆ ਪੱਥਰ ਹੈ ਜੀ। ਇਹ ਘੜਿਆ ਹੋਇਆ ਪੱਥਰ ਹੈ। ਇਹ ਸਾਰੇ ਪੱਥਰ ਉਹਦੇ ਮਕਾਨ ਸੀ ਤੇ ਉਹਨਾਂ ਦੀ ਨਿਸ਼ਾਨੀਆਂ ਹੈ ਜੀ। ਤੇ ਮੈਂ ਹੁਣ ਸਹੇਜ ਕੇ ਰੱਖੀਆਂ ਹੋਈਆਂ। ਆਹ ਦੇਖੋ ਜੀ, ਆਹ ਔਖਲੀ, ਇਹ ਪੁਰਾਣੀ ਔਖਲੀ ਹੈ ਉਹਨਾਂ ਵੇਲੇ। ਹਾਂ, ਉਹਨਾਂ ਵੇਲਿਆਂ ਦੀ ਔਖਲੀ ਜੀ। ਆਹ ਦੇਖੋ, ਆਹ ਘੜੇ ਹੋਏ ਪੱਥਰ ਨੇ ਜੀ। ਆਹ ਸਾਰੇ ਆਪਣੀ ਕਹਾਣੀ ਕਹਿ ਰਹੇ ਨੇ ਜੀ। ਤੇ ਇਹ ਤੁਸੀਂ ਪੁੱਛਿਆ ਜੀ, ਇਹ ਫਾਊਂਟੇਨ ਹੈ ਜੀ। ਇਹ ਜਦ ਕਿ ਸਾਡੇ ਕਿਸੇ ਪਾਰਟੀ ਵਗੈਰਾ ਹੁੰਦੀ ਹੈ ਤਾਂ ਆਪਾਂ ਇਹਨੂੰ ਚਲਾਉਂਦੇ ਹਾਂ। ਤੇ ਜਸਟ ਲਾਈਕ ਦੈਟ। ਤੇ ਇਹ ਤੁਸੀਂ ਆਪ ਬਣਾਈ ਜਾਂ ਆ ਜਿਵੇਂ ਆ ਬੜਾ ਇਹ ਪੱਥਰ ਤਰਾਸ਼ ਕੇ ਤੁਸੀਂ ਆਪ ਬਣਾਇਆ, ਕਿਦਾਂ ਕੀਤਾ? ਆਪ ਬਣਾਇਆ ਜੀ, ਇਹ ਆਪ ਬਣਾਇਆ। ਸਾਡਾ ਜਿਹੜਾ ਥੀਮ ਹੈਗਾ ਜੀ, ਟਰਾਈਬਲ ਥੀਮ ਹੈ। ਤੇ ਅਸੀਂ ਆਦੀਵਾਸੀਆਂ ਦੇ ਜ਼ਮਾਨੇ ਦੀ ਚੀਜ਼ਾਂ ਉਰੇ ਐਕਸਪਲੋਰ ਕਰ ਰਹੇ ਹਾਂ ਤੇ ਉਹੀ ਥੀਮ ਰੱਖਿਆ ਹੋਇਆ ਜੀ। ਜਿਵੇਂ ਤੁਸੀਂ ਦੱਸ ਰਹੇ ਸੀ, ਉਹ ਪਿੱਛੇ ਵੀ ਪੇਂਟ ਕੀਤੀਆਂ ਹੋਈਆਂ ਚੀਜ਼ਾਂ ਤੁਸੀਂ ਆਪਣੇ ਹੱਥੀਂ ਕੀਤੀਆਂ, ਫਿਰ ਤਾਂ ਇੱਕ ਹਿਸਾਬ ਨਾਲ ਤੁਸੀਂ ਕਲਾਕਾਰ ਵੀ ਹੋਏ ਜੀ। ਕਲਾਕਾਰ ਤਾਂ ਹਰ ਇੱਕ ਇਨਸਾਨ 'ਚ ਹੁੰਦਾ ਹੈ, ਬਸ ਜ਼ਰੂਰਤ ਹੈ ਉਹਨੂੰ ਐਕਸਪਲੋਰ ਕਰਨ ਦੀ। ਤੇ ਸ਼ਾਇਦ ਰੱਬ ਨੇ ਮੈਨੂੰ ਐਕਸਪਲੋਰ ਕਰਾਤਾ ਤੇ ਹੁਣ ਬਣ ਗਿਆ ਜੀ। ਕਦੋਂ ਤੁਹਾਨੂੰ ਪਤਾ ਲੱਗਿਆ ਕਿ ਹਾਂ ਇਹੀ ਚੀਜ਼ ਮੈਂ ਕਰਨੀ ਹੈ? ਤੇ ਉਹ ਇੱਕ ਘੋੜਾ ਵੀ ਪਿਆ ਬਾਈ, ਇਸ ਗੱਲ ਤੋਂ ਪਹਿਲਾਂ ਆਉਣ ਤੋਂ ਪਹਿਲਾਂ। ਉਹ ਘੋੜਾ ਜੀ, ਬਸ ਇਹ ਘੋੜੇ ਮੈਨੂੰ ਬਹੁਤ ਪਸੰਦ ਨੇ ਜੀ। ਤੇ ਇੱਕ ਮੈਨੂੰ ਇਹ ਮੁਖੋਟਾ ਜਿਹਾ ਮਿਲ ਗਿਆ ਸੀ ਜੀ ਕਿਤੋਂ, ਤੇ ਬਸ ਉੱਥੇ ਰਾਈਟ ਪਲੇਸ ਲੱਗਿਆ ਮੈਨੂੰ, ਮੈਂ ਉੱਥੇ ਲਾਤਾ ਜੀ ਉਹਨੂੰ। ਤੇ ਇਟਸ ਰੈਡੀ ਟੂ ਫਲਾਈ। ਮੈਂ ਉੱਥੇ ਵੀ ਦੇਖ ਪਾ ਰਹੀ ਹਾਂ ਕਈ ਚੀਜ਼ਾਂ ਉੱਥੇ ਤੁਸੀਂ ਸਾਂਭ ਕੇ ਰੱਖੀਆਂ ਹੋਈਆਂ, ਉਹ ਕੀ ਆ? ਹਾਂਜੀ, ਉਹ ਨਾ ਤੁਹਾਨੂੰ ਦੱਸਿਆ ਸੀ ਕਿ ਅੱਗ ਲੱਗ ਗਈ ਸੀ ਕੈਫੇ 'ਚ, ਤੇ ਕੁਝ ਚੀਜ਼ਾਂ ਬਚੀਆਂ ਹੋਈਆਂ ਸੀ, ਜਿਹੜੀ ਬਚ ਗਈਆਂ ਸੀ ਉਹ ਰੱਖੀ ਹੋਈਆਂ ਜੀ। ਹੁਣ ਅਸੀਂ ਸਿੰਸ ਵੀ ਆਰ ਇਨ ਅ ਪ੍ਰੋਸੈਸ ਇਹਨੂੰ ਬਣਾਉਣ ਦੇ, ਤੇ ਉਹ ਸਾਰੀ ਚੀਜ਼ਾਂ ਮੈਂ ਇਸਤੇਮਾਲ ਕਰਾਂਗਾ ਜੀ। ਤੇ ਇਹ ਸਾਰੇ ਤੁਸੀਂ ਨੈਕਸਟ ਟਾਈਮ ਆਓਗੇ ਤਾਂ ਮੇ ਬੀ ਵਿਦ ਦ ਗ੍ਰੇਸ ਆਫ ਗੋਡ ਇਹ ਸਾਰੀ ਆਪਣੀ ਜਗ੍ਹਾ ਲੱਗੀਆਂ ਹੋਣਗੀਆਂ ਜੀ। ਬਿਲਕੁਲ। ਤੇ ਬਾਈ ਜੀ, ਉਹ ਨੀਚੇ ਤੁਸੀਂ ਬੜੇ ਅਲੱਗ ਜਿਹੇ ਤਰੀਕੇ ਦੀ ਸਿਟਿੰਗ ਕੀਤੀ ਹੋਈ ਹੈ। ਜੀ 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 ਹਾਂਜੀ ਜੀ। ਇਹ ਸਟੋਨ ਚੇਅਰਸ ਨੇ ਜੀ। ਤੇ ਇਹ ਜਿਹੜੇ ਮੇਰੇ ਗੈਸਟ ਆਉਂਦੇ ਹੈ, ਜਿਹੜੇ ਕੈਫੇ 'ਚ ਆਉਂਦੇ ਹੈ, ਉਹਨਾਂ ਵਾਸਤੇ ਬਣਾਈ ਹੋਈ ਜੀ। ਤੁਸੀਂ ਪੱਥਰ ਦੀ ਕੁਰਸੀ 'ਤੇ ਬੈਠੋ, ਹੁਣ ਲੋਹੇ ਦੀ ਅਤੇ ਲੱਕੜ ਦੀ ਕੁਰਸੀ 'ਤੇ ਸਾਰੇ ਬੈਠਦੇ ਨੇ ਜੀ। ਤੇ ਤੁਸੀਂ ਬੈਠੋ, ਮਹਾਰਾਜਾ ਵਾਲੀ ਫੀਲ ਲਓ। ਤੇ ਬਲੈਕ ਹੋਲ ਜਿਹੜਾ ਵੀ ਆਉਂਦਾ, ਸਿੰਸ ਸਾਡਾ ਟਰਾਈਬਲ ਥੀਮ ਹੈ, ਤੇ ਮੈਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਨੂੰ ਇਹੋ ਜਿਹੀ ਹੌਸਪਿਟੈਲਿਟੀ ਮਿਲੇ ਕਿ ਉਹ ਲੱਗੇ ਕਿ ਉਹ ਰਾਜਾ ਦੇ ਗੈਸਟ ਨੇ, ਤੇ ਉਹਨਾਂ ਨੂੰ ਇਹੋ ਜਿਹਾ ਹੀ ਫੀਲ, ਤੁਸੀਂ ਬੈਠੋ, ਤੁਸੀਂ ਫੀਲ। ਤੇ ਇਹ ਉਹੀ ਕੋਸ਼ਿਸ਼ ਹੈ ਜੀ ਕਿ ਤੁਸੀਂ ਰਾਜਾ ਦੇ ਗੈਸਟ ਹੋ ਤੇ ਤੁਸੀਂ ਇੱਕ ਰਿਆਸਤ 'ਚ ਆਏ ਹੋ, ਤੁਹਾਨੂੰ ਉੱਦਾਂ ਦੀ ਹੀ ਹੌਸਪਿਟੈਲਿਟੀ ਮਿਲੇ। ਤੇ ਜਿਵੇਂ ਤੁਸੀਂ ਦੱਸਿਆ, ਬੜੇ ਲੋਕ ਆਉਂਦੇ ਆ ਤੇ ਬੜੇ ਲੋਕ ਆ ਕੇ ਤੁਹਾਡੇ ਤੋਂ ਗੱਲਾਂ ਵੀ ਪੁੱਛਦੇ ਆ, ਤੇ ਕਿੱਦਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਕਿ ਲੋਕਾਂ ਨੂੰ ਬੜੀ ਤੁਸੀਂ ਸ਼ਾਂਤੀ ਜੀ ਵਾਲੀ ਜਗ੍ਹਾ ਦਿੱਤੀ ਹੋਈ ਹੈ ਨਾ?
ਦੁਨੀਆ ਦੇ, ਜਿਵੇਂ ਮੈਂ ਪਹਿਲਾਂ ਕਹਿ ਰਹੀ ਸੀ, ਸ਼ਹਿਰ ਦੀ ਚਹਿਲ ਪਹਿਲ ਤੋਂ ਦੂਰ, ਸ਼ੋਰ ਸ਼ਰਾਬੇ ਤੋਂ ਦੂਰ, ਇੱਕ ਇਹੋ ਜਿਹੀ ਥਾਂ ਜਿੱਥੇ ਬੜੀ ਸ਼ਾਂਤੀ ਮਿਲਦੀ ਹੈ। ਅਤੇ ਜਿਵੇਂ ਤੁਸੀਂ ਟਰਾਈਬਲ ਥੀਮ ਰੱਖੀ ਹੋਈ ਹੈ, ਨੋ ਡਾਊਟ ਬੰਦਾ ਆ ਕੇ ਫੀਲ ਵੀ ਕਰਦਾ, ਅਸੀਂ ਜਿਵੇਂ ਆਪਦੇ ਆਸੇ ਪਾਸੇ ਵੀ ਦੇਖ ਪਾ ਰਹੇ ਹਾਂ। ਹੁਣ ਹੌਲੀ ਹੌਲੀ ਹਨੇਰਾ ਹੋ ਰਿਹਾ ਹੈ ਨਾ, ਲਾਈਟਾਂ ਵੀ ਔਨ ਕਰੋਗੇ, ਫਿਰ ਇੱਕ ਵੱਖਰਾ ਜਿਹਾ ਮਾਹੌਲ ਦਿਓਗੇ ਤੁਸੀਂ। ਹਾਂਜੀ ਜੀ ਜ਼ੀਰਾ ਜੀ, ਮੈਂ ਸਮਝਦਾ ਕਿ ਮੈਂ ਇੱਕ ਜ਼ਰੀਆ ਬਣਿਆ ਹੈ ਜੀ। ਜੇ ਕੈਫੇ ਬਣਿਆ ਹੈ ਤਾਂ ਮੈਂ ਇੱਕ ਜ਼ਰੀਆ ਬਣਿਆ ਹੈ ਲੋਕਾਂ ਨੂੰ ਥੋੜ੍ਹਾ ਜਿਹਾ ਪੀਸਫੁਲ ਟਾਈਮ ਉਹਨਾਂ ਨੂੰ ਆਪਣੇ ਆਪ ਸਪੈਂਡ ਕਰਨ ਦੇਣ ਵਾਸਤੇ। ਅਤੇ ਆਈ ਥਿੰਕ ਜੇ ਉਰੇ ਕੋਈ ਆ ਕੇ ਥੋੜ੍ਹੀ ਦੇਰ ਬੈਠਦਾ ਹੈ, ਇੰਜੋਏ ਕਰਦਾ ਹੈ, ਅਤੇ ਮੇਰਾ ਮੋਟਿਵ ਫੁਲਫਿਲ ਹੋ ਜਾਂਦਾ ਹੈ ਜੀ। ਤਾਂ ਮਾਨਵ ਜੀ, ਹੋਰ ਆਉਣ ਵਾਲੇ ਟਾਈਮ 'ਚ ਹੋਰ ਕੀ ਪਲਾਨ ਕਰ ਰਹੇ ਹੋ? ਜਦ ਕਿ ਤੁਸੀਂ ਦੱਸਿਆ ਕਿ ਪਹਿਲਾਂ ਜਿਵੇਂ 2 ਸਾਲ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੀ, ਉਦੋਂ ਸਾਰੀ ਜਿਹੜੀ ਪਹਿਲਾਂ ਵਾਲੀ ਜਗ੍ਹਾ ਸੀ ਉਦੋਂ ਅੱਗ ਲੱਗ ਗਈ ਸੀ ਅਤੇ ਤੁਹਾਨੂੰ ਦੁਬਾਰਾ ਤੋਂ ਧੁਰੋਂ ਸ਼ੁਰੂ ਕਰਨਾ ਪਿਆ। ਹੁਣ ਆਉਣ ਵਾਲੇ ਟਾਈਮ 'ਚ ਉਹ ਤਾਂ ਚੀਜ਼ ਕਰ ਹੀ ਰਹੇ ਹੋ, ਹੋਰ ਕੀ ਤੁਸੀਂ ਵੱਖਰਾ ਲੈ ਕੇ ਆ ਰਹੇ ਹੋ? ਹੁਣ ਮੈਂ ਜਿਹੜਾ ਪਲਾਨ ਕਰ ਰਿਹਾ ਜੀ, ਆਮ ਪਲਾਨਿੰਗ ਆਫ ਸਟਾਰਟਿੰਗ ਵਿਦ ਦ ਐਡਵੈਂਚਰ ਕੈਂਪਿੰਗ ਜੀ। ਕਿ ਮੈਂ ਚਾਹੁੰਦਾ ਜੀ ਕਿ ਚੰਡੀਗੜ੍ਹ ਦੇ ਇੰਨੇ ਨਜ਼ਦੀਕ ਲੋਕਾਂ ਨੂੰ ਰਾਤ ਕੱਟਣ ਵਾਸਤੇ ਇੱਕ ਇਹੋ ਜਿਹਾ ਮਾਹੌਲ ਦਿੱਤਾ ਜਾਵੇ ਕਿ ਉਹ ਐਡਵੈਂਚਰ ਦੀ ਜਿਹੜੀ ਉਹਨਾਂ ਦੀ ਕ੍ਰੇਵਿੰਗ ਹੈ ਉਹ ਪੂਰੀ ਹੋ ਜਾਵੇ ਜੀ। ਅਤੇ ਆਮ ਸਟਾਰਟਿੰਗ ਅਪ ਵਿਦ ਦ 2 men ਜਰਮਨ ਟੈਂਟਸ ਵਿਦ ਆਲ ਫੈਸਿਲਿਟੀਜ਼। ਤੁਹਾਨੂੰ ਖਾਣਾ ਪੀਣਾ ਸਾਰਾ ਮਿਲੇਗਾ ਰਹਿਣ ਵਾਸਤੇ। ਕੈਂਪਿੰਗ ਜਿਵੇਂ ਤੁਸੀਂ ਕਿਤੇ ਪਹਾੜਾਂ 'ਚ ਜਾਂਦੇ ਹੋ, ਤੁਸੀਂ ਆਪਣੇ ਐਡਵੈਂਚਰ ਗੇਅਰਸ ਨਾਲ ਲੈ ਕੇ ਜਾਂਦੇ ਹੋ, ਅਤੇ ਬਸ ਉੱਦਾਂ ਹੀ ਅਸੀਂ ਉਹਨਾਂ ਨੂੰ ਸਾਰੇ ਐਡਵੈਂਚਰ ਗੇਅਰਸ ਵੀ ਦੇਵਾਂਗੇ ਅਤੇ ਉਹਨਾਂ ਨੂੰ ਇੱਕ ਮਾਹੌਲ 'ਚ ਦੇਵਾਂਗੇ ਕਿ ਉਹ ਇੰਜੋਏ ਕਰ ਸਕਣ, ਐਡਵੈਂਚਰ ਕਰ ਸਕਣ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਾਈ ਪਲੇਜ਼ਰ, ਥੈਂਕ ਯੂ ਵੈਰੀ ਮੱਚ। ਤਾਂ ਇਹ ਸੀਗੇ ਸਾਡੇ ਨਾਲ ਮਾਨਵ ਜੀ, ਜਿਨ੍ਹਾਂ ਨੇ ਆਪਣੇ ਰੈਸਟੋਰੈਂਟ ਦੀ, ਆਪਣੇ ਕੈਫੇ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ, ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਹਨਾਂ ਨੇ ਕਿਸ ਤਰ੍ਹਾਂ ਇਸ ਖਿਆਲ ਨਾਲ ਆਏ, ਸ਼ਹਿਰ ਦੀ ਚਹਿਲ ਪਹਿਲ ਤੋਂ ਪਾਸੇ ਇਹਨਾਂ ਨੇ ਬੜਾ ਸ਼ਾਂਤੀਪੂਰਵਕ ਇੱਕ ਬੜਾ ਸੋਹਣਾ ਮਾਹੌਲ ਬਣਾਇਆ ਹੋਇਆ ਇਸ ਕੈਫੇ ਵਿੱਚ, ਬਿਲਕੁਲ ਲੇਕ ਦੇ ਨਾਲ ਹੈ। ਅਤੇ ਇਹਨਾਂ ਨੇ ਦੱਸਿਆ ਕਿ ਜਦੋਂ ਸਨਰਾਈਜ਼ ਹੁੰਦਾ ਅਤੇ ਜਦੋਂ ਸਨਸੈਟ ਹੁੰਦਾ ਜਾਂ ਫੁੱਲ ਮੂਨ ਹੁੰਦਾ, ਉਦੋਂ ਇੱਥੇ ਬਹਿ ਕੇ ਦੇਖਣ ਦਾ ਨਜ਼ਾਰਾ ਹੀ ਹੋਰ ਹੁੰਦਾ। ਇੱਦਾਂ ਦੀ ਕਵਰੇਜ ਲੈ ਕੇ ਤੁਹਾਡੇ ਰੂਬਰੂ ਫੇਰ ਹੋਵਾਂਗੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।